ਹੈਲੋ एवरीवन ਐਂਡ ਵੈਲਕਮ ਬੈਕ ਟੂ ਐਨੀਬਾਡੀ ਕੈਨ ਲਰਨ ਜੀਕੇ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਆਪਣੀ ਨਈ ਸੀਰੀਜ਼ ਸ਼ੁਰੂ ਕਰਨ ਵਾਲੇ ਹਾਂ, ਜਿਹਦੇ ਵਿੱਚ ਆਪਾਂ ਮੋਸਟ ਰਿਪੀਟਡ ਐਂਡ ਬੇਸਿਕ ਜੀਕੇ ਦੇ ਕੁਐਸਚਨ ਦੇਖਾਂਗੇ ਤੇ ਇਹਦੇ ਵਿੱਚ ਸਾਰੇ ਸਬਜੈਕਟ ਕਵਰ ਹੋਣਗੇ ਜੀ। ਮੈਂ ਕੋਈ ਪਾਰਟਿਕੂਲਰ ਸਬਜੈਕਟ ਦਾ ਨਾਮ ਨਹੀਂ ਲੈ ਰਿਹਾ। ਜੀਕੇ ਦੇ ਵਿੱਚ ਜਿੰਨੇ ਵੀ ਆਣਗੇ ਕੰਪਿਊਟਰ ਤੇ ਐਗਰੀਕਲਚਰ ਵੀ, ਜੋ ਕਿ ਤੁਹਾਨੂੰ ਆਉਣ ਵਾਲਾ ਐਕਸਾਈਜ਼ ਇੰਸਪੈਕਟਰ ਦੇ ਐਗਜ਼ਾਮ ਦੇ ਵਿੱਚ ਹੈਲਪ ਕਰੇਗਾ। ਪੰਜਾਬ ਪਟਵਾਰੀ ਜੋ ਕਿ ਆਪਾਂ ਨੂੰ ਪਤਾ ਹੈ 8/8 ਨੂੰ ਹੋਣ ਵਾਲਾ ਹੈ, ਤੇ ਪੰਜਾਬ ਪੁਲਿਸ ਦੀ ਨੋਟੀਫਿਕੇਸ਼ਨ ਵੀ ਆ ਗਈ ਹੈ ਜੋ ਕਿ ਸੈਪਟੈਂਬਰ ਦੇ ਵਿੱਚ ਪੇਪਰ ਹੋਊਗਾ। ਤੇ ਆਪਾਂ ਨੂੰ ਪਤਾ ਹੈ ਕਿ ਇਨ ਬਿਟਵੀਨ ਐਕਸਾਈਜ਼ ਇੰਸਪੈਕਟਰ ਦਾ ਵੀ ਪੇਪਰ ਹੋ ਜਾਊਗਾ। ਤਾਂ ਆਪਾਂ ਇਸ ਸੀਰੀਜ਼ ਦੇ ਵਿੱਚ ਲਗਭਗ 15 ਤੋਂ 20 ਪਾਰਟ ਕਵਰ ਕਰਾਂਗੇ ਤੇ ਬੇਸਿਕ ਤੇ ਮੋਸਟ ਰਿਪੀਟਡ ਕੁਐਸਚਨ ਦੇਖਾਂਗੇ। ਤੇ ਤੁਸੀਂ ਮੇਰੀ ਹੋਰ ਵੀਡੀਓਜ਼ ਲਈ ਹੈਸ਼ਟੈਗ ਯੂਜ਼ ਕਰ ਸਕਦੇ ਹੋ ਸਟੱਡੀ ਵਿਦ ਸੁਨੀਲ ਜਿੰਦਲ। ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਪਹਿਲਾ ਕੁਐਸਚਨ ਹੈ, ਕਿਉਂਕਿ ਇਹਦੇ ਵਿੱਚ ਸਟੈਟਿਕ ਵੀ ਕਵਰ ਕਰਾਂਗਾ ਤੇ ਕਰੰਟ ਵੀ ਕਵਰ ਕਰਾਂਗਾ, ਲੇਕਿਨ ਸਟੈਟਿਕ ਤੇ ਜਿਹੜੀ ਦੂਜੀ ਜੀਕੇ ਉਹਦਾ ਪਾਰਟ ਆਪਣਾ ਥੋੜਾ ਜ਼ਿਆਦਾ ਹੋਊਗਾ। ਪਹਿਲਾ ਕੁਐਸਚਨ ਹੈ, ਹੂ ਵਾਜ਼ ਦਾ ਫਸਟ ਇੰਡੀਅਨ ਟੂ ਵਿਨ ਐਨ ਇੰਡੀਵਿਜੂਅਲ ਮੈਡਲ ਇਨ ਓਲੰਪਿਕ। ਤੁਹਾਨੂੰ ਪਤਾ ਜਦੋਂ ਆਪਣਾ ਬ੍ਰਿਟਿਸ਼ ਇੰਡੀਆ ਸੀਗਾ, ਯਾਨੀ ਕਿ ਆਪਾਂ ਗੁਲਾਮ ਸੀਗੇ, ਉਸ ਟਾਈਮ ਤਾਂ ਹਾਕੀ ਦੇ ਵਿੱਚ ਕਾਫੀ ਜ਼ਿਆਦਾ ਮੈਡਲ ਆਪਾਂ ਜਿੱਤੇ ਨੇ, ਲੇਕਿਨ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਇੰਡੀਵਿਜੂਅਲੀ ਕਿਹਨੇ ਜਿੱਤਿਆ ਹੈਗਾ ਪਹਿਲਾ ਮੈਡਲ ਓਲੰਪਿਕਸ ਦੇ ਵਿੱਚ। ਇੱਥੇ 골ਡ ਮੈਡਲ ਦੀ ਗੱਲ ਨਹੀਂ ਹੋ ਰਹੀ, ਕਿਸੇ ਵੀ ਮੈਡਲ ਦੀ ਗੱਲ ਹੋ ਰਹੀ ਹੈ। ਤਾਂ ਆਪਸ਼ਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਮਿਲਖਾ ਸਿੰਘ, ਪੀਟੀ ਊਸ਼ਾ, ਕਰਨਮ ਮਲੇਸ਼ਵਰੀ, ਕੇਡੀ ਜਾਦਵ। ਹੁਣ ਆਪਾਂ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਮਿਲਖਾ ਸਿੰਘ ਜੀ ਸਵਰਗ ਸਿਧਾਰ ਗਏ ਸੀਗੇ, ਤਾਂ ਹੋ ਸਕਦਾ ਹੈ ਕਿ ਮਿਲਖਾ ਸਿੰਘ ਜੀ ਬਾਰੇ ਕੁਐਸਚਨ ਵੀ ਪੁੱਛੇ ਜਾਣ ਜਾਂ ਫਿਰ ਕਨਫਿਊਜ਼ ਕਰਨ ਲਈ ਐਗਜ਼ਾਮ ਦੇ ਵਿੱਚ ਮਿਲਖਾ ਸਿੰਘ ਦੇ ਆਪਸ਼ਨ ਵਿੱਚ ਪਾਏ ਜਾਣ। ਲੇਕਿਨ ਇਸ ਕੁਐਸਚਨ ਦਾ ਆਨਸਰ ਕੀ ਹੈ ਜੀ, ਉਹ ਹੈਗਾ ਕੇਡੀ ਜਾਦਵ। ਮੈਂ ਤੁਹਾਨੂੰ ਇੱਕ ਟੇਬਲ ਦਿਖਾ ਰਿਹਾ, ਚਾਹੋ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜਾਂ ਫਿਰ ਜੇ ਲਿਖ ਰਹੇ ਹੋ ਤਾਂ ਪੈਨ ਕਾਪੀ ਨਾਲ ਤੁਸੀਂ ਲਿਖ ਸਕਦੇ ਹੋ। ਕਾਫੀ ਲੰਬਾ ਟੇਬਲ ਹੈ, ਲੇਕਿਨ ਇੰਨਾ ਵੀ ਜ਼ਿਆਦਾ ਨਹੀਂ ਹੈ, ਕਿਉਂਕਿ ਇੰਡੀਅਨਸ ਦੇ ਜਿੰਨੇ ਵੀ ਸਪੋਰਟਸ ਪਰਸਨ ਨੇ ਹਾਲੇ ਤੱਕ ਜਿੰਨੇ ਵੀ ਓਲੰਪਿਕਸ ਹੋਏ ਨੇ, ਕੁਛ ਗੁਣ ਮਿਲਾ ਕੇ ਆਹੀ ਜਿਹੜੇ ਨੇ ਅਵਾਰਡ ਜਿੱਤੇ ਨੇ, ਮੈਡਲ ਜਿੱਤੇ ਨੇ। ਸਭ ਤੋਂ ਪਹਿਲਾਂ ਜਿੱਤਿਆ ਸੀਗਾ ਜੀ 1952 ਹੈਲਸਿੰਕੀ ਦੇ ਵਿੱਚ ਬ੍ਰੋਂਜ਼ ਮੈਡਲ, ਕਿਸ ਸਪੋਰਟਸ ਦੇ ਵਿੱਚ, ਰੈਸਲਿੰਗ ਦੇ ਵਿੱਚ। ਤੇ ਰੀਸੈਂਟ ਆਪਾਂ ਨੂੰ ਪਤਾ ਹੈ 2016 ਦੇ ਵਿੱਚ ਹੋਇਆ ਸੀਗਾ ਜੀ ਬ੍ਰਾਜ਼ੀਲ ਰੀਓ ਡੀ ਜਨੇਰੀਓ ਦੇ ਵਿੱਚ, ਜਿਸ ਵਿੱਚ ਪੀਵੀ ਸਿੰਧੂ ਨੇ ਸਿਲਵਰ ਮੈਡਲ ਜਿੱਤਿਆ ਸੀ ਤੇ ਸਾਕਸ਼ੀ ਮਲਿਕ ਨੇ ਬ੍ਰੋਂਜ਼ ਮੈਡਲ ਜਿੱਤਿਆ ਸੀਗਾ। ਤੇ ਜੇ ਮੈਂ ਇੰਡੀਵਿਜੂਅਲੀ 골ਡ ਮੈਡਲ ਦੀ ਗੱਲ ਕਰਾਂ, ਹਾਲੇ ਤੱਕ ਇੰਡੀਆ ਦੇ ਵਿੱਚ ਇੱਕ ਹੀ 골ਡ ਮੈਡਲ ਆਇਆ ਹੈਗਾ, ਉਹ ਆਇਆ ਹੈਗਾ ਅਭਿਨਵ ਬਿੰਦਰਾ ਦੁਆਰਾ ਸ਼ੂਟਿੰਗ ਦੇ ਵਿੱਚ 2008 ਚਾਈਨਾ ਬੀਜਿੰਗ ਦੇ ਵਿੱਚ। ਤੇ ਵੇਟ ਲਿਫਟਿੰਗ ਦੇ ਵਿੱਚ ਵੀ ਇੱਕ ਹੀ ਮੈਡਲ ਹੈਗਾ ਆਪਣਾ ਹਾਲੇ ਤੱਕ। ਤਾਂ ਇਸ ਕੁਐਸਚਨ ਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਡੀ, ਕੇਡੀ ਜਾਦਵ। ਨੈਕਸਟ ਗੱਲ ਕਰਦੇ ਹਾਂ, ਸਰ ਸੀਵੀ ਰਮਨ was awarded Nobel Prize for his work connected with which of the following phenomena of radiation। ਇਨਕੇ ਸਰ ਸੀਵੀ ਰਮਨ ਨੂੰ ਨੋਬਲ ਪ੍ਰਾਈਜ਼ ਮਿਲ ਚੁੱਕਿਆ ਹੈਗਾ ਫਿਜ਼ਿਕਸ ਦੇ ਵਿੱਚ, ਤਾਂ ਉਹਨਾਂ ਦੇ ਕਿਸ ਪ੍ਰੋਸੈਸ, ਕਿਹੜਾ ਫਿਨੋਮੀਨਾ ਸੀਗਾ ਰੇਡੀਏਸ਼ਨ ਦਾ ਜਿਸ ਕਰਕੇ ਉਹਨਾਂ ਨੂੰ ਮਿਲਿਆ ਸੀਗਾ। ਤਾਂ ਸਰ ਸੀਵੀ ਰਮਨ ਨੂੰ ਸਕੈਟਰਿੰਗ ਆਫ ਲਾਈਟ ਕਰਕੇ, ਜਿਹਨੂੰ ਕਿ ਰਮਨ ਇਫੈਕਟ ਦਾ ਨਾਂ ਦਿੱਤਾ ਗਿਆ ਬਾਅਦ ਦੇ ਵਿੱਚ, ਕਿਉਂਕਿ ਯੂਜੂਅਲੀ ਹੁੰਦਾ ਕੀ ਹੈ, ਕੋਈ ਵੀ ਜੇ ਨਵੀਂ ਚੀਜ਼ ਇਨਵੈਂਟ ਕਰਦਾ, ਡਿਸਕਵਰ ਕਰਦਾ ਹੈ, ਤਾਂ ਜਾਂ ਤਾਂ ਆਪਣਾ ਸਰਨੇਮ ਦਿੰਦਾ ਜਾਂ ਫੁੱਲ ਨੇਮ ਦਿੰਦਾ ਉਸ ਚੀਜ਼ ਨੂੰ। ਤਾਂ ਇਸ ਕਰਕੇ ਸਕੈਟਰਿੰਗ ਆਫ ਲਾਈਟ ਦੇ ਉਸ ਫਿਨੋਮੀਨੇ ਨੂੰ ਰਮਨ ਇਫੈਕਟ ਕਿਹਾ ਜਾਣ ਲੱਗਿਆ 1930 ਦੇ ਬਾਅਦ, ਕਿਉਂਕਿ ਉਹਨਾਂ ਨੂੰ 1930 ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀਗਾ। ਤਾਂ ਇਸ ਕੁਐਸਚਨ ਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਏ, ਸਕੈਟਰਿੰਗ। ਤੇ ਹੁਣ ਇੱਕ ਚੀਜ਼ ਇੰਪੋਰਟੈਂਟ ਹੋਰ ਦੱਸਦਾ ਕਿ ਜਦੋਂ ਆਪਣਾ ਬ੍ਰਿਟਿਸ਼ ਇੰਡੀਆ ਸੀਗਾ, ਯਾਨੀ ਕਿ ਗੁਲਾਮ ਭਾਰਤ ਸੀਗਾ, ਉਸ ਸਮੇਂ ਆਪਾਂ ਨੂੰ ਦੋ ਜਿਹੜੇ ਸੀਗੇ ਨੋਬਲ ਪ੍ਰਾਈਜ਼ ਮਿਲੇ ਸੀਗੇ। ਇੱਕ 1913 ਦੇ ਵਿੱਚ ਰਵਿੰਦਰਨਾਥ ਟੈਗੋਰ ਨੂੰ, ਉਹਨੂੰ ਪਤਾ ਹੀ ਲਿਟਰੇਚਰ ਦੇ ਵਿੱਚ ਮਿਲਿਆ ਸੀਗਾ, ਤੇ 1930 ਦੇ ਵਿੱਚ ਸਰ ਸੀਵੀ ਰਮਨ ਨੂੰ। ਨੈਕਸਟ ਗੱਲ ਕਰਦੇ ਹਾਂ, ਇਨ ਵਿਚ ਸਿਟੀ ਇਜ਼ ਦਾ ਹੈੱਡਕੁਆਟਰ ਆਫ ਏਸ਼ੀਅਨ ਡਿਵੈਲਪਮੈਂਟ ਬੈਂਕ ਇਜ਼ ਲੋਕੇਟਡ। ਯਾਨੀ ਕਿ ਏਸ਼ੀਅਨ ਡਿਵੈਲਪਮੈਂਟ ਬੈਂਕ ਦਾ ਹੈੱਡਕੁਆਟਰ ਕਿੱਥੇ ਹੈ, ਤਾਂ ਉਹ ਹੈਗਾ ਜੀ ਮਨੀਲਾ, ਫਿਲੀਪਾਈਨਸ ਦੇ ਵਿੱਚ, ਆਪਸ਼ਨ ਨੰਬਰ ਏ। ਤੇ ਇਸਟੈਬਲਿਸ਼ ਹੋਇਆ ਸੀਗਾ 19 ਦਸੰਬਰ 1966 ਦੇ ਵਿੱਚ, ਤੇ ਐਟ ਪ੍ਰੈਜ਼ੈਂਟ ਇਹਦੇ ਪ੍ਰੈਜ਼ੀਡੈਂਟ ਨੇ ਮੈਸਾਟੋਸੁਗੂ ਐਸਾਕਾਵਾ। ਤੇ ਪ੍ਰੈਜ਼ੀਡੈਂਟ ਜਿਹੜੇ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਨੇ, ਐਟ ਪ੍ਰੈਜ਼ੈਂਟ ਜਿਹੜੇ ਨੇ ਉਹ ਮੈਂ ਲਿਖ ਚੁੱਕਿਆ। ਤਾਂ ਇਹਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਏ। ਹੁਣ ਗੱਲ ਕਰਦੇ ਹਾਂ ਦਾ ਹਾਈਐਸਟ ਸਿਵੀਲੀਅਨ ਅਵਾਰਡ ਆਫ ਇੰਡੀਆ, ਭਾਰਤ ਰਤਨ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜਾ ਇੰਡੀਆ ਦਾ ਹਾਈਐਸਟ ਸਿਵੀਲੀਅਨ ਅਵਾਰਡ ਹੈ ਉਹ ਭਾਰਤ ਰਤਨ ਹੈ। ਉਹ ਅੱਜ ਤੱਕ ਨਾ ਸਿਰਫ 2 ਫੋਰਨਰਸ ਨੂੰ ਦਿੱਤਾ ਗਿਆ ਹੈਗਾ। ਤਾਂ ਉਹਨਾਂ ਵਿੱਚੋਂ ਇੱਕ ਤਾਂ ਹੈਗਾ ਜੀ ਨੈਲਸਨ ਮੰਡੇਲਾ, ਤੇ ਸੈਕਿੰਡ ਕਿਹੜੇ ਨੇ, ਉਹਨਾਂ ਨੂੰ ਨਾ ਵੈਸੇ ਆਪਾਂ ਫਰੰਟੀਅਰ ਗਾਂਧੀ ਵੀ ਕਹਿੰਦੇ ਹਾਂ। ਨਾਮ ਹੈ ਉਹਨਾਂ ਦਾ ਖਾਨ ਅਬਦੁਲ ਗਫਾਰ ਖਾਨ, ਕਿਉਂਕਿ ਉਹਨਾਂ ਨੇ ਜਿਹੜੇ ਇੰਡੀਆ ਦੇ ਰੈਵੋਲਿਊਸ਼ਨ ਸੀਗੇ ਉਹਨਾਂ ਦੇ ਵਿੱਚ ਗਾਂਧੀ ਦਾ ਵੀ ਸਾਥ ਦਿੱਤਾ ਸੀਗਾ। ਅਤੇ ਖਾਸ ਕਰਕੇ ਜਿਹੜਾ ਡਾਂਡੀ ਮਾਰਚ ਸੀਗਾ ਉਹਦੇ ਵਿੱਚ ਤਾਂ ਇਹਨਾਂ ਦਾ ਕਾਫੀ ਜ਼ਿਆਦਾ ਰੋਲ ਰਿਹਾ ਸੀਗਾ, ਕਿਉਂਕਿ ਇਹਨਾਂ ਨੇ ਗਾਂਧੀ ਜੀ ਦੇ ਅਰੈਸਟ ਹੋਣ ਤੋਂ ਬਾਅਦ ਉਹ ਮੂਵਮੈਂਟ ਨੂੰ ਜਿਹੜਾ ਸੀਗਾ ਲੀਡ ਕੀਤਾ ਸੀਗਾ, ਤਾਂ ਹੀ ਉਹਨਾਂ ਨੂੰ ਫਰੰਟੀਅਰ ਗਾਂਧੀ ਕਿਹਾ ਜਾਣ ਲੱਗਿਆ। ਅਤੇ ਜਿਹੜਾ ਭਾਰਤ ਰਤਨ ਹੈ ਵੀ ਉਹ 1954 ਦੇ ਵਿੱਚ ਸ਼ੁਰੂ ਹੋਇਆ ਸੀਗਾ। ਅਤੇ ਇਹ ਵੀ ਰੂਲ ਹੈ ਕਿ ਭਾਰਤ ਰਤਨ 1 ਸਾਲ ਦੇ ਵਿੱਚ ਮੈਕਸੀਮਮ 3 ਬੰਦਿਆਂ ਨੂੰ ਦਿੱਤਾ ਜਾ ਸਕਦਾ ਹੈ, ਅਤੇ ਇਹ ਵੀ ਜ਼ਰੂਰੀ ਨਹੀਂ ਹੈਗਾ ਕਿ ਹਰ ਸਾਲ ਦਿੱਤਾ ਹੀ ਜਾਵੇ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਕਿ 1954 ਦੇ ਵਿੱਚ 3 ਪਰਸਨੈਲਿਟੀਜ਼ ਨੂੰ ਆ ਮਿਲਿਆ ਸੀਗਾ? ਕੀ ਤੁਸੀਂ ਤਿੰਨਾਂ ਦੇ ਨਾਮ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸ ਸਕਦੇ ਹੋ?
ਤੇ ਨੈਕਸਟ ਜਾਣ ਤੋਂ ਪਹਿਲਾਂ ਜੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਨਾ, ਰੈੱਡ ਬਟਨ ਕਲਿੱਕ ਕਰਕੇ, ਤੇ ਤੁਹਾਨੂੰ PDF ਜਿਹੜੀ ਹੈ ਉਹ ਮਿਲੂਗੀ ਟੈਲੀਗ੍ਰਾਮ ਦੇ ਉੱਪਰ ਜਾ ਕੇ। ਜੇ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇਹਨਾਂ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਆ ਜਾ ਕੇ ਫੋਲੋ ਕਰੋ ਤੇ ਮੈਨੂੰ ਕੁਝ ਵੀ ਕੁਐਰੀ ਪੁੱਛ ਸਕਦੇ ਹੋ। ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ 1928 ਦੇ ਵਿੱਚ ਆਇਆ ਸੀਗਾ, 1928 ਦੇ ਵਿੱਚ। ਤੇ ਜਿਹੜਾ ਰੀਸੈਂਟ ਜਿਹੜਾ ਸੈਸ਼ਨ ਹੋਇਆ ਸੀਗਾ 1927 ਦਾ ਕਾਂਗਰਸ ਦਾ, ਤੇ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਸਾਈਮਨ ਕਮਿਸ਼ਨ ਆਊਗਾ ਤੇ ਉਹਨੂੰ ਆਪਾਂ ਬਾਈਕਾਟ ਕਰਨਾ। ਤਾਂ ਉਸ ਸਮੇਂ ਕਾਂਗਰਸ ਦੇ ਉਸ ਸੈਸ਼ਨ ਦੇ ਪ੍ਰੈਜ਼ੀਡੈਂਟ ਕੌਣ ਸੀਗੇ? ਤਾਂ ਉਹ ਸੀਗੇ ਜੀ MA ਅੰਸਾਰੀ, ਆਪਸ਼ਨ ਨੰਬਰ B। ਤੇ ਇੱਕ ਨਾ ਸੈਸ਼ਨ ਹੋਰ ਯਾਦ ਰੱਖਣਾ ਹੈ ਜਿਹੜਾ ਸੀਗਾ ਲਾਹੌਰ ਦਾ 1929 ਦਾ, ਕਿਉਂਕਿ ਇਸ ਸੈਸ਼ਨ ਦੇ ਵਿੱਚ ਕਿਹਾ ਸੀਗਾ ਕਿ ਆਪਾਂ 26 ਜਨਵਰੀ 1930 ਨੂੰ ਭਾਰਤ ਨੂੰ ਆਜ਼ਾਦ ਕਰਾ ਲਵਾਂਗੇ। ਤਾਂ ਇਸ ਸੈਸ਼ਨ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਰਹਿੰਦਾ ਤੇ ਇਹਦੇ ਪ੍ਰੈਜ਼ੀਡੈਂਟ ਸੀਗੇ ਜਵਾਹਰ ਲਾਲ ਨਹਿਰੂ। ਇਹ ਦੋ ਸੈਸ਼ਨ ਬਹੁਤ ਵਾਰ ਪੁੱਛੇ ਜਾਂਦੇ ਨੇ। ਤੇ ਇਸ ਕੁਐਸਚਨ ਦਾ ਆਨਸਰ ਹੋਊਗਾ ਆਪਸ਼ਨ ਨੰਬਰ B, MA ਅੰਸਾਰੀ। ਨੈਕਸਟ ਆਪਾਂ ਗੱਲ ਕਰਦੇ ਹਾਂ ਪੋਲਿਟੀ ਦਾ ਕੁਐਸਚਨ ਹੈਗਾ ਕਿ ਦਾ ਆਪੋਜੀਸ਼ਨ ਪਾਰਟੀ ਸਟੇਟਸ ਇਜ਼ ਅਕੋਰਡਡ ਟੂ ਏ ਪੋਲੀਟੀਕਲ ਪਾਰਟੀ ਇਨ ਦਾ ਲੋਕ ਸਭਾ ਓਨਲੀ ਇਫ ਇਟ ਕੈਪਚਰਡ ਐਟ ਲੀਸਟ। ਯਾਨੀ ਕਿ ਆਪਾਂ ਨੂੰ ਪਤਾ ਇਲੈਕਸ਼ਨ ਹੁੰਦੇ ਨੇ, ਇੱਕ ਟੀਮ ਕਹਿ ਰਿਹਾ ਮੈਂ ਇੱਕ ਪਾਰਟੀ ਜਿਹੜੀ ਹੈ ਜਿੱਤੂਗੀ, ਇੱਕ ਪਾਰਟੀ ਜਿਹੜੀ ਹੈ ਹਾਰੂਗੀ। ਲੇਕਿਨ ਜਿਹੜੀ ਹਾਰਨ ਵਾਲੀ ਪਾਰਟੀ ਹੈ ਜੇਕਰ ਉਹਨੂੰ ਓਪੋਜੀਸ਼ਨ ਪਾਰਟੀ ਦਾ ਅਹੁਦਾ ਚਾਹੀਦਾ ਹੈ, ਸਟੇਟਸ ਚਾਹੀਦਾ ਹੈ, ਤਾਂ ਘੱਟ ਤੋਂ ਘੱਟ ਕਿੰਨੀ ਸੀਟ ਸਿਕਿਉਰ ਕਰਨਾ ਜ਼ਰੂਰੀ ਹੈ? ਤਾਂ ਉਹ ਨੇ ਜੀ 10% ਸੀਟ। ਯਾਨੀ ਕਿ ਜੇਕਰ ਆਪਾਂ ਗੱਲ ਕਰੀਏ ਅੱਜ ਦੀ ਤਾਂ 543 ਸੀਟਸ ਇਲੈਕਸ਼ਨ ਹੁੰਦਾ, ਯਾਨੀ ਕਿ 54 ਪੁਆਇੰਟ, ਯਾਨੀ ਕਿ ਇਹਨੂੰ 54 ਸੀਟ ਤਾਂ ਜਿਤਨੀ ਜ਼ਰੂਰੀ ਹੈ ਜੇਕਰ ਓਪੋਜੀਸ਼ਨ ਪਾਰਟੀ ਦਾ ਸਟੇਟਸ ਹਾਸਲ ਕਰਨਾ ਹੈਗਾ। ਤਾਂ ਆਪਸ਼ਨ ਹੋ ਜਾਊਗਾ ਆਪਸ਼ਨ ਨੰਬਰ B ਇਹਦਾ ਸਹੀ ਆਨਸਰ। ਹੁਣ ਜੇਕਰ ਆਪਾਂ ਗੱਲ ਕਰੀਏ ਐਟ ਪ੍ਰੈਜ਼ੈਂਟ ਜਿਹੜੀ ਲੋਕ ਸਭਾ ਹੈ ਉਹ 70ਵੀਂ ਲੋਕ ਸਭਾ ਆਪਣੀ ਚੱਲ ਰਹੀ ਹੈ, ਜੇਕਰ ਮੈਂ ਆਜ਼ਾਦੀ ਤੋਂ ਬਾਅਦ ਦੀ ਗੱਲ ਕਰਾਂ। ਤੇ ਹੁਣ ਜਿਹੜੇ ਲੇਟੈਸਟ 2019 ਦੇ ਚੁਣਾਵ ਹੋਏ ਸੀਗੇ ਉਹਦੇ ਵਿੱਚ ਅਕੇਲੀ BJP ਨੇ 303 ਸੀਟਾਂ ਜਿੱਤੀ ਸੀ, ਯਾਨੀ ਕਿ 543 ਵਿੱਚੋਂ 303 ਸੀਟ ਤਾਂ ਇਹਨਾਂ ਨੇ ਜਿੱਤੀ ਸੀਗੀ। ਜੇਕਰ ਆਪਾਂ ਇਹਨਾਂ ਦੇ ਜਿਹੜਾ ਜਿਹਨੂੰ ਆਪਾਂ NDA ਕਹਿੰਦੇ ਆ, ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ, ਯਾਨੀ ਕਿ ਜਿੰਨੇ ਵੀ ਇਹਨਾਂ ਦੇ ਗਠਬੰਧਨ ਨੇ ਉਹਨਾਂ ਨੇ ਕੁੱਲ ਮਿਲਾ ਕੇ 353 ਸੀਟਸ ਜਿੱਤੀ ਸੀਗੀ। ਤੇ ਜਿਹੜੀ ਕਾਂਗਰਸ ਸੀਗੀ ਉਹ 10% ਲੈਣ 'ਚ ਵੀ ਮਤਲਬ ਉਹ ਲੈ ਨਹੀਂ ਪਾਈ ਸੀਗੀ। ਤੇ ਜੇਕਰ ਆਪਾਂ UPA ਦਾ ਅਲਾਈਅੰਸ ਕਰੀਏ ਉਹ 10% ਲੈ ਗਿਆ ਸੀਗਾ ਤੇ ਫਿਰ ਜਾ ਕੇ ਓਪੋਜੀਸ਼ਨ ਪਾਰਟੀ ਦਾ ਸਟੇਟਸ ਮਿਲਿਆ ਸੀਗਾ। ਤਾਂ ਆਪਸ਼ਨ ਆ ਜਾਊਗਾ ਇਹਦਾ ਆਪਸ਼ਨ ਨੰਬਰ B, 10% ਸੀਟਸ। ਨੈਕਸਟ ਗੱਲ ਕਰਦੇ ਹਾਂ ਇੱਕ ਬੁੱਕ ਹੈ ਜਿਹਦਾ ਨਾਮ ਹੈ ਲੌਂਗ ਵਾਕ ਟੂ ਫਰੀडम। ਇਹ ਕਿਹਨੇ ਲਿਖੀ ਹੈ? ਇਹ ਉਹੀ ਨੇ ਜੀ ਜੇਕਰ ਜਿਨ੍ਹਾਂ ਨੂੰ ਆਪਾਂ ਮੈਂ ਕਿਹਾ ਸੀਗਾ ਕਿ 2 ਫੋਰਨਰ ਹੈ ਜਿਨ੍ਹਾਂ ਨੂੰ ਆਪਾਂ ਭਾਰਤ ਰਤਨ ਦਿੱਤਾ ਹੈ, ਉਹਨਾਂ ਵਿੱਚ ਇੱਕ ਸੀਗੇ ਨੈਲਸਨ ਮੰਡੇਲਾ। ਤਾਂ ਇਹਨਾਂ ਨੇ ਹੀ ਆ ਬੁੱਕ ਲਿਖੀ ਹੈ, ਕਾਫੀ ਫੇਮਸ ਪਰਸਨੈਲਿਟੀ ਹੈ ਤੇ ਸਾਊਥ ਅਫਰੀਕਾ ਦੇ ਆ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ 1994 ਤੋਂ 1999 ਤੱਕ। ਕਿਉਂਕਿ ਜਿਹੜੀ ਐਂਟੀ ਅਪਾਰਥਾਈਡ ਮੂਵਮੈਂਟ ਹੈ, ਜਿਹੜੀ ਰੰਗ ਭੇਦ ਸੀਗਾ ਉਹਦੇ ਖਿਲਾਫ ਸੀਗੇ, ਕਿਉਂਕਿ ਗਾਂਧੀ ਜੀ ਵੀ ਜਦੋਂ ਸਾਊਥ ਅਫਰੀਕਾ ਰਹਿੰਦੇ ਸੀਗੇ ਇਹਦੇ ਖਿਲਾਫ ਕਾਫੀ ਜ਼ਿਆਦਾ ਉਹਨਾਂ ਨੇ ਆਪ ਵੀ ਲੜਾਈ ਲੜੀ ਸੀਗੀ। ਤੇ ਕੀ ਨੇ ਜੀ, ਇੱਕ ਪੋਲੀਟੀਕਲ ਲੀਡਰ ਨੇ, ਰੈਵੋਲੂਸ਼ਨਰੀ ਨੇ, ਫਿਲੈਂਥਰੋਪਿਸਟ ਨੇ। ਆਨਸਰ ਹੋ ਜਾਊਗਾ ਆਪਸ਼ਨ ਨੰਬਰ C, ਨੈਲਸਨ ਮੰਡੇਲਾ। ਨੈਕਸਟ ਗੱਲ ਕਰ ਰਹੇ WWW, ਕਿਉਂਕਿ ਆਪਾਂ ਨੈੱਟ ਦਾ ਯੂਜ਼ ਕਰ ਰਹੇ ਹਾਂ ਤਾਂ ਵਰਲਡ ਵਾਈਡ ਵੈਬ ਦਾ ਤਾਂ ਕਾਫੀ ਜ਼ਿਆਦਾ ਆਪਣੇ ਲਈ ਯੂਜ਼ ਹੈ। ਯਾਨੀ ਕਿ ਹਰ ਸਮਾਂ ਆਪਾਂ ਜਦੋਂ ਵੀ ਵੈਬ ਬਰਾਊਜ਼ ਖੋਲ੍ਹਦੇ ਹਾਂ ਤਾਂ ਆਪਾਂ ਯੂਜ਼ ਕਰਦੇ ਹਾਂ। ਦੈਟ ਮੀਨਸ ਕੋਈ ਵੀ ਵੈਬਸਾਈਟ ਖੋਲ੍ਹਣ ਦੇ ਵੇਲੇ ਆਪਾਂ ਆਹ ਯੂਜ਼ ਕਰਦੇ ਹਾਂ। ਤੇ ਇਹਦੇ ਇਨਵੈਂਟਰ ਸੀਗੇ ਜੀ ਟਿਮ ਬਰਨਰਸ ਲੀ, ਆਪਸ਼ਨ ਨੰਬਰ C। ਤੇ WWW ਹੈ ਕੀ? ਬੇਸਿਕਲੀ ਇੱਕ ਇਨਫੋਰਮੇਸ਼ਨ ਸਪੇਸ ਹੈ ਜਿੱਥੇ ਆਪਾਂ ਕੀ ਕਰਦੇ ਹਾਂ, URL ਦੀ ਯੂਜ਼ ਨਾਲ ਕਿਸੇ ਵੀ ਡਾਕੂਮੈਂਟ ਨੂੰ ਜਾਂ ਵੈਬ ਰਿਸੋਰਸ ਨੂੰ ਰਿਟਰੀਵ ਕਰਦੇ ਹਾਂ। ਉਹਨਾਂ ਦੇ ਵਿੱਚ ਡਿਫਰੈਂਟ ਹਾਈਪਰ ਟੈਕਸਟ ਲਿੰਕ ਵੀ ਹੋ ਸਕਦੇ ਨੇ ਜਿਨ੍ਹਾਂ ਨੂੰ ਆਪਾਂ ਇੰਟਰਨੈਟ ਦੇ ਥਰੂ ਅਸੈਸ ਕਰਦੇ ਹਾਂ। ਤੇ WWW ਹੀ ਆਪਾਂ ਨੂੰ ਅਸੈਸ ਕਰਨ ਦੀ ਇੱਕ ਤਰ੍ਹਾਂ ਦੀ ਓਪਰਚੁਨਿਟੀ ਦਿੰਦਾ ਹੈਗਾ, ਕੰਮ ਕਰਨ ਵਿੱਚ ਹੈਲਪ ਕਰਦਾ। ਆਪਸ਼ਨ ਨੰਬਰ C, ਟਿਮ ਬਰਨਰਸ ਲੀ ਨੇ WWW ਯਾਨੀ ਕਿ ਵਰਲਡ ਵਾਈਡ ਵੈਬ ਦੀ ਖੋਜ ਕੀਤੀ ਸੀਗੀ। ਨੈਕਸਟ ਗੱਲ ਕਰਦੇ ਹਾਂ ਦਾ ਫਿਲਾਮੈਂਟ ਆਫ ਏ ਬਲਬ ਇਜ਼ ਆਫ। ਯਾਨੀ ਕਿ ਜਿਹੜਾ ਬਲਬ ਯੂਜ਼ ਕਰਦੇ ਨਾ ਆਪਾਂ ਘਰੇ ਆਹ ਵਾਲਾ, ਤਾਂ ਜਿਹੜਾ ਫਿਲਾਮੈਂਟ ਹੁੰਦਾ ਨਾ, ਆਹ ਪਾਰਟ ਹੁੰਦਾ ਇਹਦਾ ਫਿਲਾਮੈਂਟ ਜਿਹੜਾ ਬਰਾਈਟ ਕਰਦਾ, ਤਾਂ ਉਹ ਕਿਸ ਚੀਜ਼ ਦਾ ਬਣਿਆ ਹੁੰਦਾ ਹੈਗਾ? ਉਹ ਬਣਿਆ ਹੁੰਦਾ ਜੀ ਟੰਗਸਟਨ ਦਾ, ਆਪਸ਼ਨ ਨੰਬਰ C। ਕਿਉਂ ਬਣਦਾ ਹੈ ਟੰਗਸਟਨ ਦਾ? ਬਿਕੋਜ਼ ਇਹਦਾ ਮੈਲਟਿੰਗ ਪੁਆਇੰਟ ਜਿਹੜਾ ਹਾਈ ਹੈ। ਮੈਲਟਿੰਗ ਪੁਆਇੰਟ ਹਾਈ ਦਾ ਮਤਲਬ ਕੀ ਹੈ ਕਿ ਕੋਈ ਇਹੋ ਜਿਹੀ ਚੀਜ਼ ਜਿਹਦਾ ਮੈਲਟਿੰਗ ਪੁਆਇੰਟ ਹਾਈ ਹੋਊਗਾ, ਯਾਨੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਟੈਂਪਰੇਚਰ ਨੂੰ ਸਹਿ ਸਕਦੀ ਹੈ। ਤਾਂ ਟੰਗਸਟਨ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਕਿ 3400 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਨੂੰ ਵੀ ਸਹਿ ਸਕਦਾ। ਅਤੇ ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਜਿਹੜਾ ਬਲਬ ਦਾ ਫਿਲਾਮੈਂਟ ਹੁੰਦਾ ਆਹ ਵਾਲਾ ਪਾਰਟ, ਇਹ ਟੰਗਸਟਨ ਦਾ ਬਣਿਆ ਹੁੰਦਾ। ਅਤੇ ਇਹਦਾ ਬਹੁਤ ਹੀ ਰਿਪੀਟਡ ਕੁਐਸਚਨ ਹੈ। ਨੈਕਸਟ ਗੱਲ ਕਰ ਰਹੇ ਕਿ ਸਵਰਾਜ ਪਾਰਟੀ ਦੇ ਫਾਊਂਡਰ ਕੌਣ ਹੈ? ਵੱਲਭ ਭਾਈ ਪਟੇਲ, ਰਾਜਿੰਦਰ ਪ੍ਰਸਾਦ, ਨਰਿੰਦਰ ਦੇਵ ਜਾਂ ਫਿਰ ਚਿਤਰੰਜਨ ਦਾਸ। ਅਤੇ ਜਿਹੜੀ ਸਵਰਾਜ ਪਾਰਟੀ ਸੀ ਮੇਨਲੀ ਇਹਨਾਂ ਦੇ 2 ਫਾਊਂਡਰ ਸੀਗੇ ਜੀ, ਇੱਕ ਸੀਗੇ ਨਹਿਰੂ, ਆ ਜਿਹੜੇ ਨਹਿਰੂ ਜੀ ਜਵਾਹਰ ਲਾਲ ਨਹਿਰੂ ਨਹੀਂ ਆ, ਮੋਤੀ ਲਾਲ ਨਹਿਰੂ ਨੇ ਉਹਨਾਂ ਦੇ ਫਾਦਰ। ਤਾਂ ਮੋਤੀ ਲਾਲ ਨਹਿਰੂ ਅਤੇ ਚਿਤਰੰਜਨ ਦਾਸ, ਇਹਨਾਂ ਦੋਨਾਂ ਨੇ ਮਿਲ ਕੇ ਜਿਹੜੀ ਸੀ ਆ ਸਵਰਾਜ ਪਾਰਟੀ ਬਣਾਈ ਸੀਗੀ। ਕਿਉਂਕਿ ਜਿਹੜਾ ਅਸਹਿਯੋਗ ਅੰਦੋਲਨ ਸੀਗਾ, ਨੋਨ ਕੋਆਪਰੇਸ਼ਨ ਮੂਵਮੈਂਟ,
ਜਦੋਂ ਉਹ ਚੋਰਾ ਚੋਰੀ ਕਾਂਡ ਤੋਂ ਬਾਅਦ ਗਾਂਧੀ ਜੀ ਨੇ ਵਾਪਸ ਲੈ ਲਿਆ ਸੀਗਾ ਤਾਂ ਉਹਨਾਂ ਦੀ ਇਸ ਗੱਲ ਪਿੱਛੇ ਨਾਰਾਜ਼ਗੀ ਸੀਗੀ, ਕਿਉਂਕਿ ਇਹ ਜਿਹੜਾ ਮੂਵਮੈਂਟ ਸੀ ਨਾ ਕਾਫੀ ਜ਼ਿਆਦਾ ਸਕਸੈਸਫੁਲ ਜਾ ਰਹੀ ਸੀਗੀ, ਲੇਕਿਨ ਇੱਕ ਵਾਇਲੈਂਟ ਇੱਕ ਇਵੈਂਟ ਹੋਇਆ ਜਿਸ ਕਰਕੇ ਗਾਂਧੀ ਜੀ ਨੇ ਇਹ ਮੂਵਮੈਂਟ ਵਾਪਸ ਲੈ ਲਈ। ਅਦਰਵਾਈਜ਼ ਆਜ਼ਾਦੀ ਉਸ ਟਾਈਮ ਵੀ ਮਿਲ ਸਕਦੀ ਸੀਗੀ। ਤਾਂ ਇਸੇ ਗੱਲ ਪਿੱਛੇ ਉਹਨਾਂ ਨੇ ਜਿਹੜੀ ਸੀ ਸਵਰਾਜ ਪਾਰਟੀ ਬਣਾਈ ਸੀਗੀ 1923 ਦੇ ਵਿੱਚ। ਤਾਂ ਇਸ ਹਿਸਾਬ ਦਾ ਆਨਸਰ ਕੀ ਹੋ ਜਾਊਗਾ? ਆਪਸ਼ਨ ਨੰਬਰ ਡੀ 1923 ਵਿੱਚ ਬਣਾਈ ਸੀਗੀ ਆ ਜੀ 1 ਜਨਵਰੀ ਨੂੰ, ਜਦੋਂ 22 ਦੇ ਵਿੱਚ ਕਾਂਗਰਸ ਦਾ ਸੈਸ਼ਨ ਖਤਮ ਹੋਇਆ ਸੀ। ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ, ਵੇਅਰ ਡੂ ਪਲਾਂਟ ਸਿੰਥੇਸਾਈਜ਼ ਪ੍ਰੋਟੀਨ ਫਰੋਮ, ਯਾਨੀ ਕਿ ਪਲਾਂਟ ਜਿਹੜੀ ਹੈ ਉਹ ਪ੍ਰੋਟੀਨ ਕਿੱਧਰੋਂ ਸਿੰਥੇਸਾਈਜ਼ ਕਰਦੇ ਨੇ, ਕਿੱਧਰੋਂ ਬਣਾਉਂਦੇ ਨੇ। ਇਹ ਗੱਲ ਆਪਾਂ ਨੂੰ ਪਤਾ ਹੈ ਕਿ ਜਿਹੜਾ ਪ੍ਰੋਟੀਨ ਹੈ ਉਹ ਕੀ ਚੀਜ਼ ਹੈ? ਇੱਕ ਪੋਲੀਮਰ ਹੈ। ਪੋਲੀਮਰ ਮਤਲਬ ਕਿ ਇੱਕ ਚੇਨ ਹੈ। ਕਿਸ ਚੀਜ਼ ਦੀ? ਉਹ ਅਮੀਨੋ ਐਸਿਡ ਦੀ ਇੱਕ ਚੇਨ ਹੈ। ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜਿਹੜੇ ਪਲਾਂਟਸ ਨੇ ਉਹ ਵੀ ਜਿਹੜਾ ਪ੍ਰੋਟੀਨ ਬਣਾਉਂਦੇ ਨੇ ਉਹ ਅਮੀਨੋ ਐਸਿਡ ਤੋਂ ਹੀ ਬਣਾਉਂਦੇ ਨੇ। ਤਾਂ ਇਹਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ, ਅਮੀਨੋ ਐਸਿਡ। ਨੈਕਸਟ ਗੱਲ ਕਰਦੇ ਹਾਂ, ਰਿਵਰ ਗੰਗਾ ਦੀ ਟ੍ਰਿਬਿਊਟਰੀਜ਼ ਕਿਹੜੀ ਹੈ ਇਹਨਾਂ ਵਿੱਚੋਂ? ਵੈਸੇ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਟ੍ਰਿਬਿਊਟਰੀਜ਼ ਨੇ, ਯਾਨੀ ਕਿ ਜਿਹੜੀ ਗੰਗਾ ਨਦੀ ਵਿੱਚ ਆ ਕੇ ਮਿਲਦੀਆਂ ਨੇ ਉਹਨੂੰ ਆਪਾਂ ਟ੍ਰਿਬਿਊਟਰੀਜ਼ ਕਹਿੰਦੇ ਹਾਂ, ਅਤੇ ਜਿਹੜੀ ਮੇਨ ਨਦੀ ਤੋਂ ਨਿਕਲਦੀਆਂ ਨੇ ਉਹਨਾਂ ਨੂੰ ਆਪਾਂ ਡਿਸਟ੍ਰੀਬਿਊਟਰੀਜ਼ ਕਹਿੰਦੇ ਹਾਂ। ਤਾਂ ਜਿਹੜੀ ਟ੍ਰਿਬਿਊਟਰੀਜ਼ ਨੇ ਉਹ ਕਾਫੀ ਨੇ, ਲੇਕਿਨ ਕੁਛਾਂ ਦੇ ਨਾਮ ਲਿਖੇ ਨੇ, ਜਿਵੇਂ ਰਾਮ ਗੰਗਾ, ਗੋਮਤੀ, ਘੱਗਰ ਹੋ ਗਈ, ਗੰਡਕੀ ਹੋ ਗਈ, ਕੋਸੀ, ਮਹਾਨੰਦਾ, ਇਹ ਸਭ ਨੇ ਜਿਹੜੀ ਟ੍ਰਿਬਿਊਟਰੀਜ਼ ਨੇ। ਅਤੇ ਗਿਵਨ ਆਪਸ਼ਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਗੰਡਕੀ ਜਿਹੜਾ ਹੈਗਾ ਆਪਸ਼ਨ ਉਹ ਦਿੱਤਾ ਹੋਇਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਆਪਾਂ ਗੱਲ ਕਰ ਰਹੇ ਹਾਂ, ਵੈਨ ਯੂ ਟਰੈਵਲ ਇਨ ਸਰਟੇਨ ਪਾਰਟ ਆਫ ਇੰਡੀਆ ਯੂ ਵਿਲ ਨੋਟਿਸ ਰੈੱਡ ਸੋਇਲ, ਯਾਨੀ ਕਿ ਤੁਹਾਨੂੰ ਰੈੱਡ ਸੋਇਲ ਦੇਖਣ ਨੂੰ ਮਿਲਦੀ ਹੈ। ਤਾਂ ਇਸ ਦਾ ਰੈੱਡ ਹੋਣ ਦਾ ਕਾਰਨ ਕੀ ਹੈ? ਬੇਸਿਕਲੀ ਤਾਂ ਰੈੱਡ ਸੋਇਲ ਹੈ ਨਾ ਜਿਹੜੀ, ਉਹ ਇੱਕ ਆਇਰਨ ਰਿਚ ਸੈਂਡੀਮੈਂਟ ਜਿਹੜਾ ਉਹਦੇ ਵਿੱਚ ਹੁੰਦਾ ਹੈਗਾ। ਜੇਕਰ ਮੈਂ ਆਇਰਨ ਦੇ ਸਾਇੰਟੀਫਿਕਲੀ ਗੱਲ ਕਰਾਂ, ਆਪਾਂ ਨੂੰ ਪਤਾ, ਆਪਾਂ ਇਹਨੂੰ ਕੀ ਕਹਿੰਦੇ ਹਾਂ ਜੀ, ਫੈਰਸ ਵੀ ਕਹਿ ਦਿੰਦੇ ਹਾਂ, ਠੀਕ ਹੈ। ਅਤੇ ਫੈਰਸ ਕਹਿ ਲਓ ਜਾਂ ਫੈਰਿਕ ਕਹਿ ਲਓ, ਤਾਂ ਆਪਾਂ ਕਹਿ ਸਕਦੇ ਹਾਂ ਕਿ ਫੈਰਿਕ ਆਕਸਾਈਡ ਦੀ ਪ੍ਰੈਜ਼ੈਂਸ ਕਰਕੇ ਇਹਦਾ ਰੰਗ ਜਿਹੜਾ ਹੈ ਉਹ ਰੈੱਡ ਹੋ ਜਾਂਦਾ ਹੈ। ਤਾਂ ਆਪਸ਼ਨ ਨੰਬਰ ਸੀ ਜਿਹੜਾ ਹੋਊਗਾ ਇਹਦਾ ਸਹੀ ਆਨਸਰ ਹੋਊਗਾ। ਅਤੇ ਜਿਹੜੀ ਮੇਜਰ ਕ੍ਰੋਪਸ ਨੇ ਉਹ ਗਰਾਊਂਡਨਟ ਹੋ ਗਿਆ, ਮਿਲੇਟਸ, ਰਾਗੀ, ਰਾਈਸ, ਪੋਟੈਟੋ, ਸ਼ੂਗਰਕੇਨ, ਇਹ ਜਿਹੜੀਆਂ ਰਿਚ ਆਇਰਨ ਜਿਹੜੀ ਰੈੱਡ ਸੋਇਲ ਹੈ ਉਹਦੇ ਵਿੱਚ ਉਗਾਈ ਜਾਂਦੀਆਂ ਨੇ। ਤਾਂ ਆਨਸਰ ਕੀ ਹੋ ਜਾਊਗਾ? ਪ੍ਰੈਜ਼ੈਂਸ ਆਫ ਫੈਰਿਕ ਆਕਸਾਈਡ। ਨੈਕਸਟ ਗੱਲ ਕਰਦੇ ਹਾਂ, ਗਲੇਸ਼ੀਅਰ ਆਲਵੇਜ਼ ਮੈਲਟ ਐਟ ਡੈਸ਼ ਫਸਟ, ਯਾਨੀ ਕਿ ਜਿਹੜਾ ਗਲੇਸ਼ੀਅਰ ਜਦੋਂ ਪਿਘਲਦਾ ਹੈ ਤਾਂ ਸਭ ਤੋਂ ਪਹਿਲਾਂ ਉੱਪਰ ਤੋਂ ਪਿਘਲਦਾ ਹੈ ਉਹਦੀ ਸਾਈਡ, ਬੋਟਮ ਜਾਂ ਮਿਡਲ ਸਰਫੇਸ। ਤਾਂ ਜਦੋਂ ਵੀ ਗਲੇਸ਼ੀਅਰ ਪਿਘਲਦਾ ਹੈ ਜੀ ਤਾਂ ਉਹ ਸਭ ਤੋਂ ਪਹਿਲਾਂ ਬੋਟਮ ਤੋਂ ਪਿਘਲਦਾ ਹੈ, ਕਿਉਂਕਿ ਉਹਦੇ ਕੋਲ ਪ੍ਰੈਸ਼ਰ ਵੀ ਹੁੰਦਾ, ਜਿਹੜੀ ਅੱਪਰ ਲੇਅਰ ਹੁੰਦੀਆਂ ਨੇ ਆਈਸ ਦੀ। ਕਿਉਂਕਿ ਆਪਾਂ ਨੂੰ ਪਤਾ ਹੈ ਪਾਣੀ ਵੀ ਜਿਹੜਾ ਹੈ ਉਹ ਲਹਿਰਾਂ ਦੇ ਵਿੱਚ ਪੈਂਦਾ ਹੈਗਾ, ਲੇਅਰਸ ਦੇ ਵਿੱਚ। ਉਸ ਹਿਸਾਬ ਨਾਲ ਆਪਾਂ ਇਸ ਨੂੰ ਯਾਦ ਰੱਖਾਂਗੇ ਕਿ ਆਹ ਬੋਟਮ ਤੋਂ ਵੀ ਜਿਹੜਾ ਸਭ ਤੋਂ ਪਹਿਲਾਂ ਪਿਘਲਣਾ ਸ਼ੁਰੂ ਕਰਦਾ ਹੈ। ਆਨਸਰ ਹੋਊਗਾ ਆਪਸ਼ਨ ਨੰਬਰ ਸੀ। ਨੈਕਸਟ ਗੱਲ ਕਰ ਰਹੇ ਹਾਂ, ਹਾਊ ਮੈਨੀ ਚੈਂਬਰਸ ਆਰ ਪ੍ਰੈਜ਼ੈਂਟ ਇਨ ਦਾ ਹਾਰਟ ਆਫ ਏ ਫਿਸ਼, ਯਾਨੀ ਕਿ ਮੱਛਲੀ ਦੇ ਦਿਲ ਦੇ ਵਿੱਚ ਕਿੰਨੇ ਚੈਂਬਰ ਹੁੰਦੇ ਨੇ? ਤਾਂ ਬੇਸਿਕਲੀ ਮੱਛਲੀ ਦੇ ਕੋਲ 2 ਚੈਂਬਰ ਔਰਗਨ ਹੁੰਦੇ ਨੇ, ਇੱਕ ਵੈਂਟਰੀਕਲ ਹੈ, ਇੱਕ ਆਰਟਰੀਅਮ ਹੈ। ਤਾਂ ਆਪਸ਼ਨ ਨੰਬਰ ਬੀ ਜਿਹੜਾ ਹੋ ਜਾਊਗਾ ਇਹਦਾ ਸਹੀ ਆਨਸਰ ਹੋ ਜਾਊਗਾ 2। ਹੁਣ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਹਿਊਮਨ ਹਾਰਟ ਹੁੰਦਾ ਹੈਗਾ ਉਹਦੇ ਵਿੱਚ ਕਿੰਨੇ ਚੈਂਬਰ ਨੇ? ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਮੈਨੂੰ ਇਹਦਾ ਆਨਸਰ ਦਿਓ, ਕਿਉਂਕਿ ਤੁਹਾਡੀ ਪਾਰਟੀਸਪੇਸ਼ਨ ਵੀ ਨਾਲ ਨਾਲ ਹੀ ਚੱਲਣੀ ਹੈ। ਅਤੇ ਜੇਕਰ ਤੁਹਾਨੂੰ ਪਤਾ ਹੈ ਤਾਂ ਵਧੀਆ ਗੱਲ ਹੈ, ਕਮੈਂਟ 'ਤੇ ਲਿਖ ਦੇਣਾ। ਜੇ ਤੁਹਾਨੂੰ ਨਹੀਂ ਪਤਾ ਤਾਂ ਫਿਰ ਕਮੈਂਟ ਸੈਕਸ਼ਨ ਜ਼ਰੂਰ ਦੇਖ ਲੈਣਾ, ਕਿ ਕੋਈ ਨਾ ਕੋਈ ਸਟੂਡੈਂਟ ਦਾ ਮੈਨੂੰ ਪੱਕਾ ਪਤਾ ਹੈ ਕਿ ਰਿਪਲਾਈ ਕਰੂਗਾ ਹੀ ਕਰੂਗਾ ਇਸ ਕੁਐਸਚਨ ਦਾ। ਨੈਕਸਟ ਗੱਲ ਕਰ ਰਿਹਾ, ਇਹ ਕੰਪਿਊਟਰ ਕੈਨ ਨਾਟ ਬੂਟ ਇਫ ਇਟ ਡਜ਼ਨ ਨਾਟ ਹੈਵ ਦ, ਯਾਨੀ ਕਿ ਕੰਪਿਊਟਰ ਬੂਟ ਨਹੀਂ ਕਰੇਗਾ। ਬੂਟ ਦਾ ਮਤਲਬ ਕੀ? ਇੱਕ ਤਰ੍ਹਾਂ ਦੀ ਪ੍ਰੋਸੈਸਿੰਗ ਹੈ ਜਿਹੜਾ ਕੰਪਿਊਟਰ ਸਟਾਰਟ ਹੋਣ ਦੇ ਵੇਲੇ ਆਪਾਂ ਦੇਖਦੇ ਹਾਂ ਕਿ ਕੰਪਾਈਲਰ ਤੋਂ ਬਿਨਾਂ ਬੂਟਿੰਗ ਹੋ ਸਕਦੀ ਹੈ, ਲੋਡਰ ਤੋਂ, ਅਸੈਂਬਲਰ ਤੋਂ, ਆਪਰੇਟਿੰਗ ਸਿਸਟਮ ਤੋਂ। ਤਾਂ ਜਿਹੜਾ ਆਪਰੇਟਿੰਗ ਸਿਸਟਮ ਤੋਂ ਬਿਨਾਂ ਜਿਹੜੀ ਹੈ ਉਹ ਬੂਟਿੰਗ ਨਹੀਂ ਹੋ ਸਕਦੀ। ਬੇਸਿਕਲੀ ਜੇ ਮੈਂ ਗੱਲ ਕਰਾਂ ਟੈਕਨੀਕਲੀ, ਜੇਕਰ ਕੰਪਿਊਟਰ ਕੋਲ ਆਪਰੇਟਿੰਗ ਸਿਸਟਮ ਨਹੀਂ ਹੈ ਨਾ, ਫਿਰ ਵੀ ਉਹ ਬੂਟ ਬਣ ਸਕਦਾ ਹੈ ਜੇਕਰ ਆਪਾਂ ਬੂਟੇਬਲ DVD ਜਾਂ CD ਦਾ ਯੂਜ਼ ਕਰਾਂ। ਬਟ ਜੇਕਰ ਉਹਦੇ ਕੋਲ ਲੋਡਰ ਨਹੀਂ ਹੋਊਗਾ ਨਾ ਤਾਂ ਉਹ ਇਸ ਨੂੰ ਲੋਡ ਨਹੀਂ ਕਰੇਗਾ। ਅਤੇ ਜਿਹੜਾ ਲੋਡਰ ਵੀ ਹੁੰਦਾ ਹੈ ਉਹ ਵੀ ਆਪਰੇਟਿੰਗ ਸਿਸਟਮ ਦਾ ਹੀ ਪਾਰਟ ਹੁੰਦਾ ਹੈਗਾ, ਜਿਹੜਾ ਲੋਡਿੰਗ ਯਾਨੀ ਕਿ ਪ੍ਰੋਗਰਾਮ ਲੋਡਿੰਗ ਕਰਨ ਦੇ ਦਾ ਰਿਸਪੋਂਸੀਬਲ ਹੁੰਦਾ। ਦੈਟ ਮੀਨਸ ਆਪਾਂ ਘੁੰਮ ਫਿਰ ਕੇ ਗੱਲ ਕਰੀਏ ਤਾਂ ਮੇਨ ਕੰਪੋਨੈਂਟ ਜਿਹੜਾ ਹੈਗਾ ਉਹ ਆਪਰੇਟਿੰਗ ਸਿਸਟਮ ਹੀ ਹੈ। ਜਿਵੇਂ ਆਪਾਂ ਵਿੰਡੋ ਕਰਦੇ ਹਾਂ ਨਾ, ਬੇਸਿਕਲੀ ਆਪਾਂ ਵਿੰਡੋ ਦੇ ਵਿੱਚ ਆਪਰੇਟਿੰਗ ਸਿਸਟਮ ਹੀ ਪਾ ਰਹੇ ਹੁੰਦੇ ਹਾਂ, ਚਾਹੇ 10 ਕਰੀਏ, 11 ਕਰੀਏ, 10.1 ਕਰੀਏ, 7 ਕਰੀਏ, ਤਾਂ ਆਪਾਂ ਜਿਹੜੀ ਆ ਵਿੰਡੋ ਨੂੰ ਆਪਾਂ ਆਪਰੇਟਿੰਗ ਸਿਸਟਮ ਹੀ ਪਾ ਰਹੇ ਹੁੰਦੇ ਹਾਂ। ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਡੀ। ਨੈਕਸਟ ਗੱਲ ਕਰ ਰਿਹਾ ਹੈ, ਵਿਚ ਵਨ ਆਫ ਦਾ ਫੋਲੋਇੰਗ ਕੰਟਰੀਜ਼ ਹੈਵ ਦਾ ਲਾਰਜੈਸਟ ਫੋਰੈਸਟ ਏਰੀਆ ਇਨ ਦਾ ਵਰਲਡ। ਅਤੇ ਜਿਹੜਾ ਲਾਰਜੈਸਟ ਫੋਰੈਸਟ ਏਰੀਆ ਹੈ ਨਾ ਉਹ ਹੈਗਾ ਜੀ ਰਸ਼ੀਆ ਦੇ ਅੰਦਰ। ਰਸ਼ੀਆ ਦੇ ਤਾਂ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਵੱਡੀ ਕੰਟਰੀ ਤਾਂ ਹੈ ਹੀ ਹੈ ਉਹ, ਲੇਕਿਨ ਇਸ ਕੰਟਰੀ ਦੇ ਵਿੱਚ ਲਾਰਜੈਸਟ ਫੋਰੈਸਟ ਏਰੀਆ ਵੀ ਆਹ ਕਵਰ ਕਰਦਾ ਹੈ। ਤਾਂ ਆਪਸ਼ਨ ਨੰਬਰ ਸੀ ਇਹਦਾ ਸਹੀ ਆਨਸਰ ਹੋਏਗਾ। ਨੈਕਸਟ ਗੱਲ ਕਰਦਾ, ਵਿਚ ਵਨ ਦਾ ਫੋਲੋਇੰਗ ਇਜ਼ ਏ ਵੈਬ ਬਰਾਊਜ਼ਰ।
ਇਨਕੇ ਵੈਬ ਬਰਾਊਜ਼ਰ ਕਿਹੜਾ ਇਹਨਾਂ ਵਿੱਚੋਂ, ਗੂਗਲ ਕ੍ਰੋਮ, ਸਫਾਰੀ, ਓਪਰਾ ਜਾਂ ਫਿਰ ਆਲ ਆਫ ਅਬਵ। ਤੁਹਾਨੂੰ ਪਤਾ ਹੀ ਹੈ ਵੈਬ ਬਰਾਊਜ਼ਰ ਆਪਾਂ ਨੂੰ ਇੰਟਰਨੈਟ ਐਸੈਸ ਕਰਨਾ ਹੈ ਤਾਂ ਵੈਬ ਬਰਾਊਜ਼ਰ ਤਾਂ ਬੇਸਿਕ ਨੀਡ ਹੈ, ਇੱਕ ਸੌਫਟਵੇਅਰ ਪ੍ਰੋਗਰਾਮ ਹੈਗਾ ਜਿਹਦੇ ਆਪਾਂ ਸਭ ਤੋਂ ਪਹਿਲੇ ਯੂਜ਼ ਕਰਦੇ ਹਾਂ। ਨੋਰਮਲੀ ਅੱਜ ਕੱਲ੍ਹ ਗੂਗਲ ਕ੍ਰੋਮ ਕਾਫੀ ਜ਼ਿਆਦਾ ਫੇਮਸ ਹੈ, ਕਾਫੀ ਜ਼ਿਆਦਾ ਕੋਮਨ ਹੋ ਚੁੱਕਿਆ। ਆਪਾਂ ਹਰ ਲੋਕ ਜਿਵੇਂ ਆਪਣੇ ਕੋਲ ਐਂਡਰੋਇਡ ਮੋਬਾਈਲ ਹੈ ਤਾਂ ਆਪਾਂ ਮੋਸਟਲੀ ਟਾਈਮ ਗੂਗਲ ਕ੍ਰੋਮ ਹੀ ਯੂਜ਼ ਕਰਦੇ ਹਾਂ। ਅਤੇ ਜਿਹੜੇ ਕੋਲ ਐਪਲ ਹੁੰਦਾ ਜੀ ਉਹ ਐਪਲ ਸਫਾਰੀ ਯੂਜ਼ ਕਰਦੇ ਨੇ, ਮੋਜ਼ੀਲਾ ਫਾਇਰਫੌਕਸ ਹੋ ਗਿਆ, ਇੰਟਰਨੈਟ ਐਕਸਪਲੋਰਰ। ਹਾਲਾਂਕਿ ਇਹ ਬੇਸਿਕ ਜਿਹੜਾ ਹੈਗਾ ਜੋ ਵਿੰਡੋ ਹੁੰਦੀ ਹੈ ਉਹਦੇ ਵਿੱਚ ਆਹੀ ਪਾਇਆ ਜਾਂਦਾ ਹੈਗਾ, ਬੇਸਿਕ ਅਤੇ ਓਪਰਾ। ਹਾਲਾਂਕਿ ਵੈਬ ਬਰਾਊਜ਼ਰ ਬਹੁਤ ਜ਼ਿਆਦਾ ਨੇ, ਯਾਨੀ ਕਿ ਆਪਾਂ ਕਾਊਂਟ ਨਹੀਂ ਕਰ ਸਕਦੇ ਕਿੰਨੇ ਵੈਬ ਬਰਾਊਜ਼ਰ ਹੋਣੇ, ਕੋਈ ਵੀ ਕੰਪਨੀ ਆਪਣਾ ਵੈਬ ਬਰਾਊਜ਼ਰ ਲਿਆ ਸਕਦੀ ਹੈ, ਲੇਕਿਨ ਜਿਹੜੇ ਮੋਸਟ ਕਾਮਨਲੀ ਯੂਜ਼ ਹੁੰਦੇ ਨੇ ਉਹ ਆਹੀ 4-5 ਨੇ। ਤਾਂ ਇਸ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਕਿ ਆਪਸ਼ਨ ਨੰਬਰ ਡੀ ਆਲ ਆਫ ਅਬਵ, ਯਾਨੀ ਕਿ ਸਾਰੇ ਹੀ ਆ ਵੈਬ ਬਰਾਊਜ਼ਰ ਨੇ। ਜੇ ਮੈਂ ਗੱਲ ਕਰਾਂ ਨਾ ਗੂਗਲ ਦੀ, ਇਕੱਲੇ ਦੀ ਗੂਗਲ ਦੀ, ਯਾਹੂ ਦੀ, ਇਹ ਵੈਬ ਬਰਾਊਜ਼ਰ ਨਹੀਂ ਹੈਗੇ ਜੀ, ਇਹ ਸਰਚ ਇੰਜਨ ਹੁੰਦੇ ਨੇ। ਜਿਵੇਂ ਬਿੰਗ ਹੋ ਗਿਆ, ਆਹ ਸਰਚ ਇੰਜਨ ਨੇ, ਆਹ ਕੋਈ ਵੈਬ ਬਰਾਊਜ਼ਰ ਨਹੀਂ ਹੈਗੇ। ਥੋੜ੍ਹਾ ਜਿਹਾ ਡਿਫਰੈਂਸ ਪਤਾ ਹੋਣਾ ਚਾਹੀਦਾ ਸਰਚ ਇੰਜਨ ਅਤੇ ਵੈਬ ਬਰਾਊਜ਼ਰ ਦੇ ਵਿੱਚ। ਤਾਂ ਆਹ ਸੀਗੀ ਅੱਜ ਦਾ ਆਪਣਾ ਪਹਿਲਾ ਪਾਰਟ ਅਤੇ ਆਹ ਐਕਸਪੈਰੀਮੈਂਟਲ ਵੀਡੀਓ ਸੀਗੀ। ਜੇ ਤੁਸੀਂ ਚਾਹੁੰਦੇ ਹੋ, ਹਾਲੇ ਤਾਂ ਮੈਂ ਨੰਬਰ ਆਫ ਕੁਐਸਚਨ 20 ਰੱਖੇ ਨੇ, ਆਹ ਵੱਧ ਵੀ ਸਕਦੇ ਨੇ, ਅਤੇ ਕੁਝ ਹੋਰ ਚੇਂਜਿਸ ਜੇ ਤੁਸੀਂ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਲਿਖ ਸਕਦੇ ਹੋ। ਅਤੇ ਤੁਹਾਨੂੰ ਸਮਝ ਆ ਰਿਹਾ ਤਾਂ ਲਾਈਕ ਜ਼ਰੂਰ ਕਰਿਓ ਜੀ, ਅਤੇ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਆਪਣੇ ਨਾਲ ਜੁੜ ਪਾਉਣ। ਥੈਂਕ ਯੂ ਸੋ ਮਚ, ਥੈਂਕਸ ਫॉर ਵਾਚਿੰਗ। ਜਲਦੀ ਮਿਲਾਂਗੇ, ਜੈ ਹਿੰਦ।